बेफिक्र जरा मथे ते शिकन नहीं कि मैं कतल किया उन्हें कितों लभना है। ਬਗੈਰਤ ਲੋਕ ਨੇ ਬਹੁਤ ਬਗੈਰਤ ਲੋਕ ਨੇ ਉਹਨਾਂ ਨੇ ਧੀ ਨੂੰ ਕਦੇ ਝੂਠਿਆ ਨਹੀਂ ਕੀਤਾ। ਆਸਫ ਘਰ ਆ ਜਾਂਦਾ ਸੀ, ਆਸਫ ਦਾ ਮੋਬਾਈਲ ਫੜ ਲੈਂਦੀ ਸੀ, ਉਹਨੂੰ ਨਸ਼ੇ ਦੀ ਗੋਲੀਆਂ ਦੇ ਦਿੰਦੀ ਸੀ, ਸੌਂ ਜਾਂਦਾ ਸੀ, ਮੋਬਾਈਲ ਦਾ ਯੂਜ਼ ਕਰਦਾ, ਆਪਣਾ ਯੂਜ਼ ਨਹੀਂ ਸੀ ਕਰਦੀ। ਉਹਦਾ ਇਨਸਾਫ ਜਿਵੇਂ ਮੇਰੇ ਪੁੱਤ ਨੂੰ ਮਾਰਿਆ ਨਾ ਉਵੇਂ ਇਹਨਾਂ ਨੂੰ ਮਾਰਨਾ ਚਾਹੀਦਾ। ਬਾਬਾ ਜਗਨਾਥ ਵਾਲੇ ਉਹਨਾਂ ਨੇ ਵੇਖਿਆ, ਉਹਨਾਂ ਵੇਖ ਕੇ ਉਹਨਾਂ ਨੇ ਖਫਨ ਦਫਨ ਕਰਤਾ, ਪੋਸਟਮਾਰਟਮ ਕਰਕੇ ਲਵਾਰਸ ਕਰਕੇ ਪਤਾ ਲੱਗਾ ਕਤਲ ਹੋ ਗਿਆ। ਇਹਨੂੰ ਇਹ ਪਤਾ ਨਹੀਂ ਲੱਗਾ ਵੀ ਮਿਲ ਗਿਆ ਆਸਫ, ਇਹ ਬੇਫਿਕਰ ਹੋ ਕੇ ਦੇਤਾ ਮੋਬਾਈਲ ਵੀ ਆਓ ਜ਼ਰਾ ਅਸੀਂ ਕਿੱਥੇ ਥਾਣੇ ਜਾਣਾ ਹੈ ਕਿ ਇੱਕ ਮਿੰਟ ਕਿ ਬਾਇਆ ਪਾ ਲੈਂਦੇ, ਬਾਇਆ ਪਾ ਕੇ ਨਕਾਬ ਕੀਤਾ ਹੈ, ਕੜਮ ਕਰ ਗੱਡੀ 'ਚ ਬੈਠੀ ਹੈ। ਸਭ ਨੂੰ ਫਿਰ ਉਹਦੀ ਵਰਕਸ਼ਾਪ ਦੇ ਵਿੱਚ ਲਾਸ਼ ਪਈ ਸੀ ਜਾਂ ਕਿੱਥੇ ਸੀ? ਨਾ ਇਹ ਤੇ ਹੱਲਾ ਨਹਿਰ 'ਚੋਂ ਮਿਲੀ। ਉੱਥੋਂ ਕਿਵੇਂ ਉੱਥੇ ਪਹੁੰਚ ਗਏ? ਚੋਂ ਅੱਲਾ ਨਹਿਰ 'ਚੋਂ ਰੋਡ ਦੀ ਨਹਿਰ ਤੇ ਉਹ ਕੀ ਉਹਨੂੰ ਕਹਿੰਦੇ ਨੇ ਜਿਹੜੇ ਮਹਿਕਮਾ ਜਗਨਾਥ ਵਾਲੇ ਉਹਨਾਂ ਨੇ ਵੇਖਿਆ, ਉਹਨਾਂ ਵੇਖ ਕੇ ਉਹਨਾਂ ਨੇ ਖਫਨ ਦਫਨ ਕਰਤਾ, ਪੋਸਟਮਾਰਟਮ ਕਰਕੇ ਲਵਾਰਸ ਕਰਕੇ ਇਹ ਭਾਈ ਨੂੰ ਲਵਾਰਸ ਦਫਨਾ ਦਿੱਤਾ। ਲਵਾਰਸ ਕਰਕੇ ਨਾ ਪਤਾ ਜਦੋਂ ਗਏ ਨਾ ਮੁੰਡੇ ਸਾਡੇ ਗਾਂਹ ਨੂੰ ਤੇ ਉਹ ਥਾਣੇ ਫਿਰੇ ਨੇ, ਉੱਥੇ ਇਲਾਕੇ 'ਚ ਕਿਹਾ ਕਿ ਸਾਡਾ ਬੰਦਾ ਇੰਜ ਗਾਇਬ ਹੋਇਆ ਤੇ ਤੁਹਾਡੇ ਇਲਾਕੇ 'ਚ ਦੱਸ ਪੈਂਦੀ ਏ, ਉਹਨੂੰ ਬੰਨਿਆ ਕਿਤੇ ਤੇ ਦੱਸ ਪੈਂਦੀ ਏ ਤੇ ਉਹਨਾਂ ਆਖਿਆ ਠੀਕ ਹੈ ਆ ਜਾਓ। ਇਹ ਬੰਦੇ ਇੱਥੇ ਨਾ ਕਸੂਰ ਦੇ ਬੰਦੇ ਉਰਲੇ ਪਰਲੇ ਬੰਦੇ ਉੱਥੇ ਪਹੁੰਚ ਗਏ ਨੇ, ਉਹਨਾਂ ਜਾ ਕੇ ਥਾਣੇ ਨਾਲ ਤਸਵੀਰਾਂ ਕੱਢ ਕੇ ਵਿਖਾਈਆਂ। ਉਹਨੇ ਕਿਹਾ ਬੰਦਾ ਨਾ ਦੋ, ਇੱਕ ਬਾਬਾ ਇੱਕ ਆਏ, ਇਹ ਮਿਲੇ ਨੇ ਸਾਨੂੰ ਨਹਿਰ 'ਚੋਂ। ਕਾਬਲੇ ਸ਼ਨਾਖਤ ਸੀ ਉਹਦੀ ਲਾਸ਼? ਸ਼ਨਾਖਤ ਉਹਨੂੰ ਹੋਈ ਹੈ। ਉਹਨੇ ਕਿਹਾ ਸਾਨੂੰ ਲਾਸ਼ ਮਿਲੇ ਨੇ। ਉਹ ਜੇ ਸਾਡੇ ਆਪਣੇ ਸਰ ਜੀ ਉਹਨਾਂ ਵੇਖਿਆ ਨੇ ਕਿਹਾ ਆਸਫ, ਉਹਨਾਂ ਇਹਨਾਂ ਨੂੰ ਫੋਨ ਕੀਤਾ, ਫਿਰ ਉਸ ਤੋਂ ਪਹਿਲਾਂ ਇਹਨੇ ਦੱਸ ਵੀ ਦਿੱਤਾ, ਦੱਸ ਤਾਂ ਦਿੱਤਾ ਸੀ ਇਹਨੇ ਮਾਰਿਆ, ਮੈਂ ਨਹਿਰ 'ਚ ਸੁੱਟਾਇਆ। ਉਸ ਟਾਈਮ ਤੱਕ ਤੁਹਾਡੀ ਭਾਬੀ ਨੂੰ ਪੁਲਿਸ ਨੇ ਗ੍ਰਿਫਤਾਰ ਨਹੀਂ ਸੀ? ਨਾ ਨਾ ਸਾਨੂੰ ਪਤਾ ਹੀ ਨਹੀਂ ਕਿਸ ਗੱਲ ਦਾ। ਉਹ ਜਿਸਲੇ ਉਹਨੇ ਕਤਲ ਹੋਇਆ ਹੈ, ਰਾਤ ਉਹਨੇ ਕਿਹਾ ਹੈ ਕਿ ਉਹਦੀ ਮੈਡਮ ਲਿਆਓ, ਇਹਦਾ ਲੈ ਗਏ ਨੇ ਪੁਲਿਸ ਵਾਲੇ ਆਣ ਕੇ ਮੋਬਾਈਲ। ਇਹ ਭਾਬੀ ਦਾ ਮੋਬਾਈਲ ਲੈ ਗਏ? ਨਹੀਂ ਪਤਾ ਲੱਗਾ ਕਿ ਬੱਚੇ ਮਿਲ ਗਿਆ ਆਸਫ, ਨਹੀਂ ਪਤਾ, ਇਹ ਪਤਾ ਲੱਗਾ ਕਤਲ ਹੋ ਗਿਆ। ਇਹਨੂੰ ਇਹ ਪਤਾ ਨਹੀਂ ਲੱਗਾ ਵੀ ਮਿਲ ਗਿਆ ਆਸਫ, ਇਹ ਬੇਫਿਕਰ ਹੋ ਕੇ ਦੇਤਾ ਮੋਬਾਈਲ। ਸਵੇਰ ਨੂੰ 8 ਵਜੇ ਪੁਲਿਸ ਆਈ ਹੈ, ਇਹ ਬੱਚੀ ਅੱਜ ਤੱਕ ਛੱਡਣ ਨਹੀਂ ਗਈ ਸਕੂਲ, ਬੱਚੀ 7-8 ਸਾਲ ਦੀ ਛੱਡਣ ਨਹੀਂ ਗਈ ਤੇ ਬੱਚੀ ਛੱਡਣ ਚੱਲੀ, ਪੁਲਿਸ ਦਾ ਸਾਡਾ ਪਹਿਰਾ ਸੀ, ਮੁੰਡਿਆਂ ਪਹਿਰਾ ਲਾਇਆ ਸੀ। ਉਹਨੇ ਕਿਹਾ ਬੀਬੀ ਕਿੱਥੇ ਚੱਲੀ ਹੈ? ਇਹ ਬੱਚੀ ਛੱਡ, ਹੁਣ ਮੇਰੇ ਬੇਟੇ ਨੂੰ ਕਿਹਾ ਛੱਡ ਗਿਆ ਬੱਚੀ, ਇੱਥੇ ਅੰਦਰ ਚੱਲ, ਇਨਕੁਆਇਰੀ ਚੱਲ ਰਹੀ ਹੈ। ਅੰਦਰ ਆ ਗਈ ਬੇਫਿਕਰ, ਜ਼ਰਾ ਮੱਥੇ ਤੇ ਸ਼ਿਕਨ ਨਹੀਂ ਕਿ ਮੈਂ ਕਤਲ ਕੀਤਾ ਉਹਨੇ ਕਿਤੋਂ ਲੱਭਣਾ ਹੈ। ਬੱਚਿਆਂ ਨੂੰ ਯਤੀਮ ਕਰ ਦਿੱਤਾ ਉਹਨੇ। ਕਰਤਾ, ਅੰਦਰ ਚਲੀ ਗਈ ਤੇ 15 ਮਿੰਟਾਂ ਦਾ ਪੁਲਿਸ ਨੇ ਫੋਨ ਕੀਤਾ ਕਿ ਲੈ ਕੇ ਆਓ ਮੀਆਂ, ਗੱਡੀ ਆਵੇ। ਮੇਰੇ ਭਰਾ ਨੇ ਆਰਫ ਨੇ ਕਿਹਾ ਗੱਡੀ ਨਹੀਂ, ਸਾਡੇ ਇਲਾਕੇ 'ਚ ਇੱਜ਼ਤ ਹੈ, ਮੈਂ ਆਪ ਲੈ ਕੇ ਆਉਂ। ਉਹਨੇ ਕਿਹਾ ਭਾਬੀ ਆਓ ਜ਼ਰਾ ਅਸੀਂ ਕਿੱਥੇ ਥਾਣੇ ਜਾਣਾ ਹੈ ਕਿ ਇੱਕ ਮਿੰਟ ਕਿ ਬਾਇਆ ਪਾ ਲੈਂਦੇ, ਬਾਇਆ ਪਾ ਕੇ ਨਕਾਬ ਕੀਤਾ ਹੈ, ਕੜਮ ਕਰ ਗੱਡੀ 'ਚ ਬੈਠੀ ਹੈ। ਉਹਨੇ ਆਖਿਆ ਉਹ ਆਸਫ ਕਿਹੜਾ ਲੱਭਣਾ ਹੈ ਇਸ ਚਾਹ 'ਚ? ਆਸਫ ਕਿਹੜਾ? ਸਾਡੇ ਮੁਕੱਦਰ ਚੰਗੇ, ਉਹਦੇ ਖੂਨ ਦਾ ਅਸੀਂ ਬਦਲਾ ਲੈਣਾ ਹੈ, ਅੱਲਾ ਨੇ ਦਵਾਣਾ ਸਾਨੂੰ। ਇਹਨੇ ਰਿਜ਼ਵਾਨ ਸ਼ਾਹ ਦੇ ਨਾਲ ਰਾਬਤਾ ਕਿਵੇਂ ਕੀਤਾ ਸੀ? ਉਹ ਰਜ਼ਵਾਨ ਸ਼ਾਹ, ਇੱਕ ਮਿੰਟ, ਰਜ਼ਵਾਨ ਸ਼ਾਹ ਆਸਫ ਘਰ ਆ ਜਾਂਦਾ ਸੀ, ਆਸਫ ਦਾ ਮੋਬਾਈਲ ਫੜ ਲੈਂਦੀ ਸੀ, ਉਹਨੂੰ ਨਸ਼ੇ ਦੀ ਗੋਲੀਆਂ ਦੇ ਦਿੰਦੀ ਸੀ, ਸੌਂ ਜਾਂਦਾ ਸੀ, ਮੋਬਾਈਲ ਦਾ ਯੂਜ਼ ਕਰਦਾ, ਆਪਣਾ ਯੂਜ਼ ਨਹੀਂ ਸੀ ਕਰਦੀ। ਇਹਦੇ ਨਾਲ ਗਲਤ ਰਿਲੇਸ਼ਨ ਹੈਗਾ ਸੀ? ਆਪਣਾ ਮੋਬਾਈਲ ਨਹੀਂ ਯੂਜ਼ ਕਰਦੀ। ਆਸਫ ਨੂੰ ਕਦੀ ਪਤਾ ਹੀ ਨਹੀਂ ਚੱਲਿਆ? ਆਸਫ ਨੂੰ ਪਤਾ ਹੀ ਨਹੀਂ, ਆਸਫ ਨੂੰ ਪਤਾ ਕਿਉਂਕਿ ਆਸਫ ਆਪ 50 ਗੱਲਾਂ ਉਹਨੂੰ ਆਪ ਕਰਦਾ ਹੋਣਾ ਹੈ। ਹੁਣ ਉਹਨੇ ਜਦੋਂ ਗ੍ਰਿਫਤਾਰ ਹੋ ਗਈ ਤੇ ਪੁਲਿਸ ਨੂੰ ਕੀ ਦੱਸਿਆ ਕਿ ਮੈਂ ਕਿਉਂ ਆਪਣੇ ਖਾਵਨ ਨੂੰ ਕਤਲ ਇਸ ਕਰਵਾਇਆ? ਗੱਲ ਕੀਤਾ ਸੀ, ਮੈਂ ਉਹਨੂੰ ਕਿਹਾ ਸੀ ਮੈਂ ਤੈਨੂੰ ਇਹਨੂੰ ਮਾਰ ਦਿਆਂਗਾ ਆਸਫ ਨੂੰ ਤੇ ਫੈਕਟਰੀ ਮੇਰੀ ਹੋ ਜਾਏਗੀ, ਘਰੋਂ ਵੀ ਹਿੱਸਾ ਮੈਨੂੰ ਆ ਜਾਏਗਾ, ਜਦੋਂ ਹਿੱਸਾ ਮਿਲ ਜਾਏਗਾ ਮਹੀਨੇ ਡੇਢ ਬਾਅਦ ਮੈਂ ਤੈਨੂੰ ਐਪਲੀਕੇਸ਼ਨ ਵਾਪਸ ਲੈ ਲਾਂਗੀ, ਮੈਂ ਤੈਨੂੰ ਬਰੀ ਕਰ, ਆਪਾਂ ਸ਼ਾਦੀ कर लांगे, मौज मारांगे। नाज़रीन, आसिफ की बूढ़ी माँ भी मौजूद है, उनसे भी थोड़ी बात करते हैं कि अब इनका क्या मुतालबा है। इनकी बहू जिसे बड़े खुशियों के साथ, चावों के साथ जो है ना वो उसको ब्याह के अपने घर लेकर आए, लेकिन उसने इनके जवान बेटे को 3 जिसके बच्चे हैं उसको बेदर्दी से कत्ल करवाया अपने मुबैना आशना के साथ मिलकर, और उसकी लाश यहाँ से तकरीबन को 100 किलोमीटर दूर एक नाले में फेंक दी कि वहाँ से उसकी लाश ही नहीं मिलेगी। तो इनसे जानते हैं कि माँ जी हुण तुसी दसो कि तुहाडा बेटा तो वापस नहीं आ सकता, इन नागण नूं तुसी तुहानूं इहदे ते शक ही नहीं गया भी कि यह मेरे पुत्र नूं खा जाएगी? बेटा शक गया भी तो नहीं भी गया, इत्थों नहीं गया कि बच्चा मजबूर से ਉਹਨੂੰ ਸਾਂਭਣ ਵਾਲਾ ਕੋਈ ਨਹੀਂ ਸੀਗਾ, ਅਸੀਂ ਚੁੱਪ ਕਰ ਲੈਂਦੇ ਸਾਂ, ਹੈਗੀ ਭੈੜੀ ਸੀ ਪਰ ਅਸੀਂ ਚੁੱਪ ਕਰ ਲੈਂਦੇ ਸਾਂ। ਤੁਸੀਂ ਇਹਦੇ ਮਾਪਿਓ ਨੂੰ ਵੀ ਨਹੀਂ ਕਦੇ ਕੋਈ ਸ਼ਿਕਾਇਤ ਲਗਾਈ? ਅਸੀਂ ਬਹੁਤ ਬਗੈਰਤ ਲੋਕ ਨੇ, ਬਹੁਤ ਬਗੈਰਤ ਲੋਕ ਨੇ, ਉਹਨਾਂ ਨੇ ਧੀ ਨੂੰ ਕਦੇ ਝੂਠਿਆ ਨਹੀਂ ਕੀਤਾ। ਅੱਛਾ, ਹਾਂ, ਉਹ ਕਹਿੰਦੇ ਨੇ ਕਿ ਸਾਡੀ ਧੀ ਚੰਗੀ ਹੈ, ਉਹ ਲੈ ਜਾਣਗੇ, ਝੂਠਿਆ ਨਹੀਂ ਕਰਨਗੇ। ਹੁਣ ਤੁਹਾਡੀਆਂ ਗੱਲਾਂ ਉਹ ਸੁਣਦੇ ਹੋਣਗੇ ਕਿ ਸਾਡੀ ਧੀ ਦਾ ਕਾਰਨਾਮਾ ਸਾਹਮਣੇ ਆ ਹੀ ਗਿਆ ਨਾ, ਕਿੱਡੀ ਕਿ ਚੰਗੀ ਹੈ। ਹੁਣ ਕੱਲ ਲੱਗ ਗਿਆ ਨਾ ਕਾਰਨਾਮਾ ਅੱਗੇ ਆ ਗਿਆ, ਹੁਣ ਕਿੱਥੇ ਮੂੰਹ ਦੇਣ ਕੇ ਕੋਈ ਇੱਧਰ ਸਾਡੇ ਘਰ ਨਹੀਂ ਵੜਿਆ, ਮੇਰਾ ਪੁੱਤਰ ਕਤਲ ਹੋ ਗਿਆ, ਕੋਈ ਨਹੀਂ ਸਾਡੇ ਘਰ ਵੜਿਆ। ਤੁਹਾਡੇ ਜਿਹੜੇ ਕੁੜਮ ਹੈਗੇ ਸੀ ਤੁਹਾਡੇ ਪੁੱਤਰ ਦੇ ਸਹੁਰੇ ਕੋਈ ਨਹੀਂ ਆਏ? ਨਾ ਕੋਈ ਨਹੀਂ ਆਏ। ਉਹਨਾਂ ਨੂੰ ਪਹਿਲੇ ਤੋਂ ਪਤਾ ਹੋਏਗਾ ਨਾ ਕਿ ਸਾਡੀ ਧੀ ਨੇ ਚੰਨ ਚੜਾਇਆ ਹੈ। ਹਾਂ ਪਤਾ ਵਾ। ਹੁਣ ਤੁਸੀਂ ਕੀ ਚਾਹੁੰਦੇ ਹੋ, ਕਿਵੇਂ ਇਨਸਾਫ ਮਿਲਣਾ ਚਾਹੀਦਾ ਹੈਗਾ? ਸਾਡੇ ਪੁੱਤ ਦਾ ਇਨਸਾਫ ਜਿਵੇਂ ਮੇਰੇ ਪੁੱਤ ਨੂੰ ਮਾਰਿਆ ਨਾ ਉਵੇਂ ਇਹਨਾਂ ਨੂੰ ਮਾਰਨਾ ਚਾਹੀਦਾ। ਜਿਹੜੇ ਜਿਨ੍ਹਾਂ ਨੇ ਮਿਲ ਕੇ ਨਾਲ ਕਤਲ ਕੀਤਾ ਹੈ ਉਹ ਸਾਰੇ ਮੌਜੂਦ ਹੋਣੇ ਚਾਹੀਦੇ ਨੇ।
ਜਿਹੜਾ ਮੇਰੇ ਬੇਟੇ ਦੀ ਫੈਕਟਰੀ ਲੁੱਟ ਕੇ ਲੈ ਗਿਆ ਹੈ ਉਹ ਵੀ ਮੌਜੂਦ ਹੋਣਾ ਚਾਹੀਦਾ। ਮੇਰੇ ਬੇਟੇ ਦਾ ਸਮਾਨ ਸਾਰਾ ਵਾਪਸ ਆਉਣਾ ਚਾਹੀਦਾ। ਉੱਥੋਂ ਫੈਕਟਰੀ ਦੇ ਚ ਕੁਝ ਸਮਾਨ ਵੀ ਚੋਰੀ ਹੋਇਆ, ਕੋਈ ਪੈਸੇ ਵੀ ਚੋਰੀ ਹੋਏ? ਸੀ ਕਪਲਾ ਸੀ 1.5 ਲੱਖ ਰੁਪਇਆ ਲੈਣਾ ਸੀ ਮੇਰੇ ਬੇਟੇ ਨੇ ਬਾਹਰੋਂ, ਉਹ ਵੀ ਆਇਆ। ਉਦੋਂ ਹੀ ਆਉਣੇ ਸੀ ਪੈਸੇ, ਉਹ ਵੀ ਲੈ ਕੇ ਗਿਆ ਉਹ। ਇਹ ਸਾਰਾ ਕੁਝ ਤੁਹਾਡੀ ਨੌ ਨਹੀਂ ਕਰਵਾਇਆ ਜੋ ਵੀ ਕਰਵਾਇਆ? ਹਾਂਜੀ, पर सामने आ गया सब कुछ, उसने करवाया। नाज़रीन, ये कहानी आसफ़ की, और आसफ़ की अहलिया ने अपने मुबैना आशना के साथ मिलकर, उसे ये लालच था कि ये जो मेरे खावंद की जायदाद है, ये जो फैक्ट्री है, ये सारा कुछ इसके ऊपर मैं खुद कब्ज़ा कर जाऊंगी, और अपने आशिक और अपने मुबैना आशना के साथ मिलकर कत्ल करने के बाद उसको ये लगता था कि मैं कभी पकड़ी नहीं जाऊंगी। और जिस तरह से इन्होंने प्लानिंग बनाई थी, जिस तरह से उस नौजवान को कत्ल किया, उसकी लाश को बोरी में बंद किया और यहाँ से 100 किलोमीटर दूर जाकर फेंक दिया, ये जो हम इस तरह के वाक़यात आपके सामने लेकर आते हैं, और हमने आपको हर वीडियो में बताया कि कातिल जितना मर्जी शातिर हो जाए वो कभी कानून की गिरफ्त से नहीं बच सकता। ये खातून जिसकी 15 साल पहले शादी हुई और ये दुल्हन बनकर इस घर में आई, और ठीक 15 साल बाद इसने अपने 3 बच्चों के बाप को अपने मुबैना आशना के साथ मिलकर उसको कत्ल किया, और कत्ल करने के बाद उसके माथे पर एक दिन भी जो है वो परेशानी महसूस नहीं हुई, क्योंकि उसकी प्लानिंग थी। उसने इस मामले को, इस कत्ल को इस तरह से रंग दिया था कि कोई सोच भी नहीं सकता था कि ये कभी पकड़े जाएंगे। लेकिन फिर आखिर में वही होता है कि कानून से कोई भी आज तक मुजरम नहीं बच सका। अब इन गरीब लोगों का ये मुतालबा है कि हमारे बेटे को कत्ल करने वाले ये जो कातिल हैं, इनको सरेआम और कड़ी से कड़ी सज़ा दी जाए, तब जाकर इनको शायद या फिर इनके गम में थोड़ी सी कमी आएगी। लेकिन अफसोस कि उन मासूम बच्चों का इस खातून ने अपनी 40 दिन की बच्ची का भी नहीं सोचा कि मेरे इस अमल के बाद उस बच्ची पर क्या क़यामत गुजरेगी, उसको कौन संभालेगा। लेकिन इनकी बच्ची है, इन पर तो क़यामत टूटी है। अब ये उनके बच्चों को भी संभालेंगे, और फिर आखिरकार अपने बेटे को इंसाफ दिलवाने के लिए वो देखते हैं कि कब तक ये जो है वो कानून का दरवाज़ा खटखटाएंगे। क्या कह रही थे? मैं ये कह रही हूँ, पुलिस हमारे साथ कोई कोऑपरेट नहीं कर रही। क्यों नहीं कर रही? नहीं कर रही। दोनों मुलजमान तो पकड़ लिए हैं ना? पकड़ लिए हैं, लेकिन कोऑपरेट नहीं कर रही। ना हमारा होंडा अभी तक बरामद कराया, ना जेरे प्रिस्टर से फायर किया है। कभी हो सकता है मुलजम पकड़ा जाए, तीसरा ना पकड़ा जाए। नहीं, हो सकता है कि पुलिस ने अब पकड़ ली है ना, अब इनकी तफ्तीश करेंगे, तफ्तीश के बाद सारी चीज़ें रिकवर करेंगे। तफ्तीश की जावे तो मुजरम समान ना देवे की कुछ सामान लैके गया है? ਉਹ ਸਮਾਨ ਉਸ ਨੂੰ ਅੱਗ ਲਾ ਦਿਓ ਤੇ ਆ ਜਾਣਾ ਹੈ ਨਾ। ਮੈਂ ਆ ਗਿਆ ਤਾਂ ਕੋਈ ਗੱਲ ਨਹੀਂ। ਉਹ ਜਿਹੜਾ ਮੋਜ਼ਰ ਹੈ ਰਿਵਾਲਵਰ ਸਾਨੂੰ ਉਹ ਚਾਹੀਦਾ ਹੈ, ਚਾਹੀਦਾ ਹੁੰਦਾ ਕਿ ਨਹੀਂ। ਪੁਲਿਸ ਤਾਂ ਨਜਾਇਜ਼ ਵੀ ਪਾ ਦਿੰਦੀ ਹੈ, ਜੇ ਜਾਇਜ਼ ਕਿਉਂ ਨਹੀਂ ਫੜਿਆ। ਪੁਲਿਸ ਸਾਡੇ ਨਾਲ ਕੋਈ ਕੋਆਪਰੇਟ ਨਹੀਂ ਕਰ ਰਹੀ। ਕੋਈ ਬੰਦਾ ਸਾਡੇ ਦਰਵਾਜ਼ੇ ਤੇ ਨਹੀਂ ਆਇਆ। ਸਰਕਾਰੀ ਮੁਲਾਜ਼ਮ, SHO, MPA, ਕੋਈ MNA, ਕੋਈ ਬੰਦਾ ਸਾਡੇ ਦਰਵਾਜ਼ੇ ਤੱਕ ਨਹੀਂ ਆਇਆ। ਕੀ ਵਜ੍ਹਾ ਹੈ? ਦੱਸੋ इसकी वजह हूँ कि सानू मरियम नवाज दस सकती है। सुन रही है मरियम नवाज भी, और पुलिस से भी आला अफसरान सुन रहे। मेरी गल सुनो, ये अमला है, ये आज साढ़े नाल होया है, कल किसी और ना होएगा। एक बंदे ने सजा दी है, 100 बंदा खौफ खाए कि मियाँ उधर आया होया है। ਇਹੋ ਜਿਹੇ ਬੰਦੇ ਦਾ ਕੇਸ ਨਹੀਂ ਚੱਲਣਾ ਚਾਹੀਦਾ। CCTV ਦਿਓ, 1-2 ਕੀਤਾ ਜਾਏ ਬਸ। ਤੁਹਾਨੂੰ CCTV ਤੇ ਇਤਮਾਦ ਹੈ, ਪੁਲਿਸ ਤੇ ਇਤਮਾਦ ਨਹੀਂ? CCTV ਦਿਓ, ਸਾਡਾ ਕੇਸ CCTV ਨੂੰ ਜਾਣਾ ਚਾਹੀਦਾ। ਸਾਡੇ ਬੰਦੇ ਇਸ ਰੋਟੀ ਕਮਾ ਕੇ ਉਹ ਕਮਾਨੇ ਉਹ ਖਾਣੇ ਆ। CCTV ਵਾਲੇ ਵੀ ਤੁਹਾਨੂੰ ਸੁਣਦੇ ਪਏ ਨੇ, ਉਹ ਵੀ ਤੁਹਾਡੀ ਆਵਾਜ਼ ਬਣ ਸਕਦੇ। ਅਸੀਂ ਜੋ ਕਮਾਉਂਦੇ ਨੇ ਉਹ ਖਾਂਦੇ ਨੇ, ਗਰੀਬ ਨੇ, ਐਡੇ ਅਮੀਰ ਨਹੀਂ। ਅਮੀਰ ਦੇ ਵਿੱਚ ਤੁਹਾਨੂੰ ਲੱਗਦਾ ਇਨਸਾਫ ਮਿਲ ਜਾਏਗਾ? ਤੁਹਾਨੂੰ ਸਾਨੂੰ ਦੱਸ ਦੋ ਨਾ, ਸਾਹਮਣੇ ਸਾਨੂੰ CCTV ਸਾਫ ਦੇਗੀ। ਅਸੀਂ ਅਮੀਰ ਨਹੀਂ ਹੈਗੇ, ਇਹ ਸਵੇਰ ਨੂੰ ਕਮਾਉਂਦੇ ਸ਼ਾਮ ਨੂੰ ਕਮਾ ਕੇ ਖਾਣ ਵਾਲੇ ਨੇ। ਇਹ ਅਦਾਲਤਾਂ ਚੱਕਰ ਪੈ ਗਿਆ, ਨਾਲੇ ਸਾਡਾ ਪੁੱਤਰ ਗਿਆ, ਨਾਲੇ ਤੇ ਬੱਚੇ 3 ਸੰਭਾਲਾਂਗੇ, ਨਾਲੇ ਅਦਾਲਤਾਂ 'ਚ ਫਿਰਾਂਗੇ, ਨਾਲੇ ਬੁੱਢੇ ਮਾਂ ਪਿਓ ਨੂੰ ਵੇਖਾਂਗੇ। ਦੱਸੋ, ਮਜ਼ਦੂਰ ਬੱਚਾ 10-9 ਸਾਲ ਦਾ ਬੱਚਾ ਕੌਣ ਸੰਭਾਲੇਗਾ ਉਹਨੂੰ, ਕੌਣ ਵਾਰਿਸ ਉਹਦਾ। ਇਹੋ ਜਿਹੀਆਂ ਔਰਤਾਂ ਜਿਹੜੀਆਂ ਆਪਣੇ ਬੱਚਿਆਂ ਦੇ ਨਹੀਂ ਕੁਝ ਸੋਚਦੀਆਂ, ਆਪਣੇ ਖਾਵਨ ਦੇ ਹੋਣ ਦੇ ਬਾਵਜੂਦ ਬਾਹਰ ਗੈਰ ਮਰਦਾਂ ਦੇ ਨਾਲ ਤਾਲੁਕਾਤ ਬਣਾਉਂਦੀਆਂ ਨੇ, ਉਹਨਾਂ ਨੂੰ ਕੀ ਪੈਗਾਮ ਦਿਓਗੇ? ਉਹਨਾਂ ਨੂੰ ਪੈਗਾਮ ਤਿਆਰ ਹੈ, ਉਹਨਾਂ ਨੂੰ ਅੰਜਾਮ ਬੁਰਾ ਹੈ। ਪੈਗਾਮ ਤਿਆਰ ਹੈ, ਅੰਜਾਮ ਬੁਰਾ। ਉਸ ਟਾਈਮ ਉਹਨਾਂ ਨੂੰ ਰੱਖ ਕੇ ਫੈਰ ਮਾਰਿਆ ਜਾਵੇ। ਲੈ ਔਰਤਾਂ 500 ਔਰਤ ਵੇਖੇ ਕਿ ਸੋਚ ਇਸ ਇਹੋ ਜਿਹੇ ਸੋਚਣ ਲੱਗਾ ਵੀ ਡਰਨ, ਤੇ ਸੋਚਣਾ ਵੀ ਗੁਨਾਹ ਹੈ, ਕਰਨਾ ਤਾਂ ਕਿਤੇ ਰਹਿ ਗਿਆ। ਇਹ ਜਿਵੇਂ ਮੇਰਾ ਦਿਲ ਹੈ, ਮਰਗਨ ਨਵਾਜ਼ ਦਾ ਵੇਂਦਾ ਦਿਲ, ਉਹ ਵੀ ਭੈਣ ਹੈ, ਮਾਂ ਹੈ। ਜਿਵੇਂ ਸਾਡਾ ਦਿਲ ਹੈ ਨਾ ਤੜਫਦਾ ਹੈ, ਇੰਝ ਤੜਫਣਾ ਚਾਹੀਦਾ ਹੈ।
जी बिल्कुल नाज़रीन, आपने सारी कहानी सुनी है। अब इनका सिर्फ यही मुतालबा है कि पुलिस इनके साथ तावन नहीं कर रही और इनका केस, इनका ये मुतालबा है कि हमारे इस केस की तफ्तीश जो है वो CCD के हवाले की जाए। अब जो भी इस तरह का वाक़या होता है और उसमें जो मुतासरीन होते हैं उनका सिर्फ एक मुतालबा होता है कि हमें इस पुलिस से बिल्कुल एतमाद नहीं, अदालतों से इंसाफ नहीं मिलता, हमारा केस CCD के हवाले किया जाए। क्योंकि CCD जो है वो ऐसे गरीब लोगों को अदालतों में धक्के खाने से बचा लेती है और इनको फौरी इंसाफ मुहैया करती है। अब ये देखना है कि अदालतों को भी, जो हमारे लाखों रुपए टैक्स पर जो अदालतें चलती हैं, उनको भी अपने मेयार को जो है वो बेहतर बनाने के लिए ऐसे लोगों को फौरी इंसाफ देना होगा। इसी केस के मुतल्लिक मकतूल के वालिद और भाई से भी आपकी बात करवाते हैं कि उनका क्या मुतालबा है और उनको किस तरह से पता चला कि उनकी ही बहू ने उनके शोहर को कत्ल करवा दिया। इजाज़त चाहूँगा लाने के बाद।